चवर छत्र जी के मालिक कृपालु दयालु मेहरमत सतगुरु जी धन धन साहिब श्री गुरु ग्रंथ साहिब पातशाह जी ने ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੁੰਦਿਆਂ ਅੰਮ੍ਰਿਤਮਈ ਉਪਦੇਸ਼ ਸਾਡੇ ਸੰਸਾਰਿਕ ਜੀਵਾਂ ਤੇ ਤਰਸ ਕਰਕੇ ਬਖਸ਼ਿਸ਼ ਕੀਤਾ ਹੈ। ਆਪ ਸਰਬੱਤ ਸੰਗਤਾਂ ਨੇ ਗੁਰ ਉਪਦੇਸ਼ ਨੂੰ गुरु की रहमत सदका बड़े टिकाऊ एकाग्रता दे नाल श्रवण कीता है। आओ मनोबिरतियां करिए एकाग्र, सुरतियां गुरु चरनां विच केंद्रित करिए। गुर उपदेश नूं गुरु रहमत सदका विचारन दा समझण दा ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨ ਦਾ ਯਤਨ ਕਰੀਏ ਜੀ। ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾਂ। ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਧਨਾਸਰੀ ਰਾਗ ਦੇ ਅੰਦਰ ਮਹੱਲਾ ਪੰਜਵਾਂ ਭਾਵ ਪੰਚਮ ਸ਼ਹਿਨशाह पंचम गुरुदेव बाणी के रचनहारे शहीदां दे सरताज शांति के पुंज सतगुरु धन धन साहिब श्री गुरु अर्जुन देव पातशाह जी दे मुबारक रसना दे विचों उच्चारण किया होया पावन वाक है। तो सतगुरां ने इस हुक्म नूं 682 अंक ते सुभाईमान किया है। तो सतगुरु जी इस हुक्म दे रहाओ वाले बंद विच जो शब्द का केंद्री भाव है तत् भाव निचोड़ सतगुरां ने जिन्हां पंक्तियां विच दिता, जिस बंद विच दिता वो रहाओ वाला बंद है। आओ सतगुरु जी की समझा रहे हैं जी। तेरा जन राम नाम रंग जागा। सतगुरु जी कह रहे ने ऐ दुनिया दे लोगो जदों गुरु के चरणा विच आओगे, सतगुरां दे चरणा विच बैठोगे, गुरु के चरणा दी रंगत तेरे मन नूं चढ़ जावेगी। सतगुरु जी जन्मां जन्मां दा मनुख दा हनेरा दूर कर दिंदे ने। इस पंक्ति विच गुरु ने स्पष्ट कह दिता तेरा जन तैनू ध्यान वाला राम नाम रंग जागा। जदों तेरे नाम नूं ध्याया, तेरी बंदगी कीती, तैनू याद किया ते सतगुरु जी कह रहे हैं रंग जागा। मन नूं रंगत गुरु के नाम वाली चढ़ गई। गुरु के ज्ञान सदका मन जाग गया। क्योंकि जन्मां जन्मां तो जेड़ा मन सुता होया से, जेड़े मन अंदर आलस भरी हुई से, जेड़े मन अंदर वकार भरे हुए सन, जेड़े मन ते वकार हावी होए बैठे सन, सतगुरु जी कह रहे हैं गुरु ने नाम दे दिता, समझ दे दिती। गुर ज्ञान दियो मन समझा। वेखो गुरु ते ज्ञान सानू सारियां नू दे रहे ने, समझ सानू सारियां नू दे रहे ने, पर भागां वालिओ समझिया किसी विरले ने है। इस बख्शिश नू संभालिया किसी विरले ने है। सतगुरु ते बाहां फैलाई बैठे ने। सतगुरु जी कह रहे हैं आ सिखा मेरी गोद विच बैठ। ते भागां वालिओ असीं बैठना नहीं चाहुंदे, असी सतगुरां दे चरणां विच आउणा नहीं चाहुंदे। जिसने सुख देने ने, जिसने सानू समझ देनी है, जिसने सानू अकल देनी है, गुरु जी कह रहे हैं अकली पढ़ कै बूझी है, अकली कीचै दान। जे गुरु के उपदेश नूं पढ़ेगा जां सुनेगा तां समझ आवेगी। बूझिया तो भाव समझना।
ਤਾਂ ਸਮਝ ਆਵੇਗੀ। ਤੇ ਗੁਰੂ ਜੀ ਕਹਿ ਰਹੇ ਹਨ, ਆਪਣੀ ਵਿਕਾਰਾਂ ਭਰੀ ਮਤ, ਆਪਣਾ ਵਿਕਾਰਾਂ ਭਰਿਆ ਮਨ ਗੁਰੂ ਨੂੰ ਭੇਟਾ ਕਰ ਦੇ, ਕਿਉਂਕਿ ਜਿਤਨਾ ਸਮਾਂ ਤੇਰੇ ਮਨ ਅੰਦਰ ਵਿਕਾਰ ਨੇ, ਜਿਤਨਾ ਸਮਾਂ ਆਪਣੀ ਮਤ ਦੇ ਪਿੱਛੇ ਲੱਗੇਗਾ, ਤੂੰ ਮਨ ਦੇ ਪਿੱਛੇ ਲੱਗੇਗਾ, ਗੁਰੂ ਜੀ ਕਹਿ ਰਹੇ ਹਨ, ਉਤਨਾ ਸਮਾਂ ਮਨਮੁਖ ਹੈ। ਜਦੋਂ ਗੁਰੂ ਦੀ ਸੁਣ ਲੇ ਤਾਂ ਗੁਰਮੁਖ ਹੋਵੇਗਾ, ਗੁਰੂ ਦੀ ਨਾ ਸੁਣੀ ਮਨ ਦੇ ਪਿੱਛੇ ਲੱਗਿਆ ਤੇ ਸਾਹਿਬ ਜੀ ਕਹਿ ਰਹੇ ਹਨ ਮਨਮੁਖ ਹੈ। ਤੇ ਗੁਰੂ ਨੇ ਕਹਿ ਦਿੱਤਾ, ਜਿਤਨਾ ਸਮਾਂ ਤੂੰ ਮਨ ਦੇ ਪਿੱਛੇ ਲੱਗੇਗਾ, ਤੇਰਾ ਮਤ ਰੂਪੀ ਬਰਤਨ ਟੇਢਾ ਹੈ, ਮਨ ਰੂਪੀ ਬਰਤਨ ਤੇਰਾ ਟੇਢਾ ਹੈ। ਤੇ ਗੁਰੂ ਨੇ ਕਹਿ ਦਿੱਤਾ, ਜਿਤਨਾ ਸਮਾਂ ਵੀ ਇਸ ਮਨ ਰੂਪੀ ਬਰਤਨ ਨੂੰ ਚੁੱਕੀ ਫਿਰੀ, ਚੇਤਾ ਰੱਖੀ, ਇਸ ਮੂਧੇ ਭਾਂਡੇ ਅੰਦਰ ਕੋਈ ਵਸਤੂ ਨਹੀਂ ਪਵੇਗੀ। ਵੇਖੋ, ਸੰਸਾਰਕ ਤਲ ਤੇ ਵੀ ਵੇਖ ਲਈਏ, ਜੇ ਅਸੀਂ ਕੋਈ ਬਰਤਨ ਲਈਏ, ਬਰਤਨ ਦੇ ਵਿੱਚ ਕੋਈ ਵਸਤੂ ਜਾਂ ਦੁੱਧ ਪਾਉਣਾ ਚਾਹੀਏ, ਤੇ ਭਾਗਾਂ ਵਾਲਿਓ ਜੇ ਬਰਤਨ ਮੂਧਾ ਰੱਖਾਂਗੇ ਤੇ ਇੱਕ ਬੂੰਦ ਵੀ ਬਰਤਨ ਦੇ ਵਿੱਚ ਨਹੀਂ ਜਾਵੇਗੀ। ਸਾਹਿਬ ਜੀ ਕਹਿ ਰਹੇ ਹਨ, ਬਰਤਨ ਨੂੰ ਸਿੱਧਾ ਕਰੇਗਾ ਤਾਂ ਉਸ ਬਰਤਨ ਦੇ ਵਿੱਚ ਵਸਤੂਆਂ ਪਾ ਸਕਦਾ ਹੈ। ਇਸ ਲਈ ਸਤਿਗੁਰੂ ਜੀ ਕਹਿ ਰਹੇ ਹਨ, ਉਂਦਾ ਭਾਂਡਾ ਕੱਛ ਨਾ ਸਮਾਵੈ, ਉਂਦਾ ਤੋਂ ਭਾਵ ਮੂਧਾ। ਤੇ ਸਾਹਿਬ ਕਹਿ ਰਹੇ ਹਨ, ਕਿਛ ਵੀ ਇਸ ਭਾਂਡੇ ਦੇ ਵਿੱਚ ਸਮਾਉਂਦਾ ਨਹੀਂ, ਉਂਦਾ ਭਾਂਡਾ ਕੱਛ ਨਾ ਸਮਾਵੈ, ਸੀਧਾ ਅੰਮ੍ਰਿਤ ਪਰੈ ਨਿਹਾਰ। ਜਦੋਂ ਮਨ ਰੂਪੀ ਬਰਤਨ ਨੂੰ ਸਿੱਧਾ ਕਰ ਲਵੇਂਗਾ ਤੇ ਸਤਿਗੁਰੂ ਜੀ ਕਹਿ ਰਹੇ ਹਨ, ਗੁਰੂ ਅੰਮ੍ਰਿਤ ਦੇ ਨਾਲ ਨੱਕਾ ਨੱਕ ਭਰ ਦੇਣਗੇ, ਅੰਮ੍ਰਿਤ ਦੇ ਨਾਲ ਬਨੇਰੀ ਕੰਨੀ ਤੱਕ ਗੁਰੂ ਭਰ ਦੇਵੇਗਾ। ਤੂੰ ਗੁਰੂ ਕੇ ਚਰਨਾਂ ਵਿੱਚ ਆ ਤੇ ਸਹੀ, ਸਤਿਗੁਰਾਂ ਤੋਂ ਸਿੱਖਿਆ ਲੈ ਤੇ ਸਹੀ, ਗੁਰੂ ਕੇ ਚਰਨਾਂ ਵਿੱਚ ਬੈਠ ਤੇ ਸਹੀ। ਜੇ ਗੁਰੂ ਕੇ ਚਰਨਾਂ ਵਿੱਚ ਆਇਆ ਨਾ, ਬੈਠਿਆ ਨਾ, ਤੇ ਭਾਗਾਂ ਵਾਲਿਓ ਗੁਰੂ ਤੋਂ ਸਮਝ ਨਾ ਲਏ। ਤੇ ਸਾਹਿਬ ਜੀ ਕਹਿ ਰਹੇ ਹਨ, ਫਿਰ ਮਹੀਨੇ ਮੱਸਿਆ ਆਉਂਦਾ ਹੈ, ਅਰਦਾਸਾਂ ਵੱਡੀਆਂ ਵੱਡੀਆਂ ਜਦੋਂ ਦੁੱਖ ਆਉਂਦਾ ਹੈ ਉਦੋਂ ਕਰਾਉਂਦਾ ਹੈ ਗੁਰਮੁਖੋ। ਗੁਰੂ ਕੇ ਸਿੱਖ ਨੇ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਨੀ ਹੈ, ਗੁਰੂ ਕੇ ਸਿੱਖ ਨੇ ਗੁਰੂ ਤੋਂ ਬਿਨਾਂ ਹੋਰ ਕਿਤੇ ਅਰਦਾਸ ਵੀ ਨਹੀਂ ਕਰਨੀ, ਗੁਰੂ ਕੇ ਚਰਨਾਂ ਵਿੱਚ ਕਰਨੀ ਹੈ। ਸਾਡਾ ਫਰਜ਼ ਹੈ, ਸਾਡੀ ਜ਼ਿੰਮੇਵਾਰੀ ਹੈ। ਸਿੱਖ ਦਾ ਸਭ ਤੋਂ ਵੱਡਾ ਹਥਿਆਰ ਅਰਦਾਸ ਹੈ। ਜੇ ਮਨੁੱਖ ਕਵੇ ਮੈਂ ਧਾਗੇ ਤਵੀਤਾਂ ਦੇ ਨਾਲ ਠੀਕ ਹੋ ਜਾਵਾਂਗਾ, ਜਾਂ ਗੁਰਮੁਖੋ ਗੁਰੂ ਕੀ ਬਾਣੀ ਦੇ ਇੱਕ ਸ਼ਬਦ ਨੂੰ ਤਵੀਤ ਦੁਆਰਾ, ਕਈਆਂ ਬਾਬਿਆਂ ਨੇ ਐਸੇ ਕੰਮ ਵੀ ਚਲਾਏ ਨੇ, ਸ਼ਬਦ ਲਿਖਦੇ ਨੇ, ਪਾਣੀ ਦੇ ਵਿੱਚ ਪਾ ਦਿੰਦੇ ਨੇ, ਤੁਸੀਂ ਇਹ ਪਾਣੀ ਪੀਣਾ ਹੈ, ਇਸ ਦੇ ਨਾਲ ਰੋਗ ਠੀਕ ਹੋ ਜਾਣਗੇ। ਭਾਗਾਂ ਵਾਲਿਓ, ਸ਼ਬਦ ਦੀ ਬੇਅਦਬੀ ਹੈ, ਬਾਣੀ ਦੀ ਇਸ ਤਰ੍ਹਾਂ ਬੇਅਦਬੀ ਹੈ। ਕਈ ਐਸੇ ਵੀ ਨੇ, ਸ਼ਬਦ ਲਿਖਦੇ ਨੇ ਧਾਗੇ ਤਵੀਤਾਂ ਦੇ ਰੂਪ ਦੇ ਵਿੱਚ, ਤਵੀਤ ਦੇ ਵਿੱਚ ਉਹ ਸ਼ਬਦ ਨੂੰ ਲਿਖ ਕੇ ਛੋਟਾ ਜਿਹਾ ਕਰਕੇ ਪਾ ਦਿੱਤਾ, ਤੇ ਭਾਗਾਂ ਵਾਲਿਓ ਕਹਿ ਦਿੰਦੇ ਨੇ ਗਲ ਵਿੱਚ ਲਮਕਾ ਲਈ। ਸਤਿਗੁਰਾਂ ਨੇ ਐਸੀ ਪੂਜਾ ਤੋਂ ਸਾਨੂੰ ਰੋਕਿਆ ਹੈ। ਗੁਰੂ ਜੀ ਕਹਿ ਰਹੇ ਹਨ, ਪੜ੍ਹ ਕੇ ਸਮਝ ਆਵੇਗੀ, ਅਕਲੀ ਪੜ੍ਹ ਕੇ ਬੂਝੀਐ। ਵੇਖੋ, ਬੜੇ ਸਪਸ਼ਟ ਲਫ਼ਜ਼ ਨੇ। ਸਾਹਿਬ ਕਹਿ ਰਹੇ ਹਨ, ਪੜ੍ਹ ਕੇ ਅਕਲ ਆਵੇਗੀ, ਅਕਲੀ ਪੜ੍ਹ ਕੇ ਬੂਝੀਐ। ਜੇ ਭਾਗਾਂ ਵਾਲਿਓ ਅਸੀਂ ਆਪਣੇ ਬੱਚੇ ਨੂੰ ਸਕੂਲ ਨਾ ਭੇਜੀਏ, ਸਕੂਲ ਦਾ ਜੋ ਹੋਮਵਰਕ ਹੈ, ਇੱਕ ਕਲਾਸ ਦਾ ਜੋ ਹੋਮਵਰਕ ਹੈ, ਪੂਰੇ ਦਾ ਪੂਰਾ ਹੋਮਵਰਕ ਜੇ ਬੱਚੇ ਨੂੰ ਪਾਣੀ ਦੇ ਵਿੱਚ ਘੋਲ ਕੇ ਪਿਲਾ ਦਿੱਤਾ ਜਾਵੇ ਤੇ ਇੱਕ ਅੱਖਰ ਵੀ ਉਸ ਦੀ ਸਮਝ ਵਿੱਚ, ਉਸ ਦੀ ਮੱਤ ਵਿੱਚ ਨਹੀਂ ਆਵੇਗਾ, ਗਿਆਨ ਨਹੀਂ ਆਵੇਗਾ। ਇਸੇ ਤਰ੍ਹਾਂ ਸਤਿਗੁਰਾਂ ਦੀ ਬਾਣੀ ਹੈ, ਗੁਰੂ ਜੀ ਸਾਨੂੰ ਲੌਜਿਕ ਦੇ ਨਾਲ ਜੁੜ ਰਹੇ ਨੇ। ਜੇ ਬੱਚੇ ਦੇ ਗਲ ਦੇ ਵਿੱਚ ਉਸੇ ਕਿਤਾਬ ਦੇ, ਉਸੇ ਕਲਾਸ ਦੇ ਹੋਮਵਰਕ ਦੇ, ਜਾਂ ਉਸੇ ਕਿਤਾਬ ਦੇ ਗੁਰਮੁਖੋ ਪੇਜਾਂ ਨੂੰ ਪਾੜ ਕੇ ਬੱਚੇ ਦੇ ਗਲ ਵਿੱਚ ਲਮਕਾ ਦਿੱਤਾ ਜਾਵੇ ਤਾਂ ਵੀ ਬੱਚੇ ਨੂੰ ਸਮਝ ਨਹੀਂ ਆਵੇਗੀ। ਸਤਿਗੁਰੂ ਜੀ ਕਹਿ ਰਹੇ ਹਨ, ਇਹ ਬੰਦੇ ਲੌਜਿਕ ਦੇ ਨਾਲ ਜੁੜ। ਲੌਜਿਕ ਭਾਵ ਸਤਿਗੁਰੂ ਜੀ ਸਾਨੂੰ ਕਹਿ ਰਹੇ ਨੇ, ਆਪ ਤੂੰ ਕਰ, ਹਿੰਮਤੀ ਬਣ, ਮਿਹਨਤੀ ਬਣ। ਤੇ ਗੁਰੂ ਜੀ ਕਹਿ ਰਹੇ ਹਨ, ਆਪਣੇ ਜੀਵਨ ਵਿੱਚ ਉਦਮ ਕਰ, ਆਪ ਕਰਨਾ ਪਵੇਗਾ। ਬੰਦਾ ਮੈਜਿਕ ਤੇ ਵਿਸ਼ਵਾਸ ਰੱਖਦਾ ਹੈ, ਜਾਦੂ ਟੂਣਿਆਂ ਦੇ ਨਾਲ ਆਹ ਕੁਝ ਹੋ ਜਾਵੇਗਾ। ਬੰਦਾ ਸੋਚਦਾ ਹੈ ਮੈਂ ਬਲੀ ਦਿੱਤੀ, ਮੈਂ ਇਹ ਬਲੀ ਦੇ ਕੇ ਤੇ ਮੇਰਾ ਬੱਚਾ ਸੁਖੀ ਹੋਵੇਗਾ। ਇੱਕ ਜੀਵ ਦੀ ਹੱਤਿਆ ਕਰ ਰਿਹਾ ਹੈ, ਦੂਜੇ ਦੀ ਸੁੱਖ ਮੰਗ ਰਿਹਾ ਹੈ। ਸਤਿਗੁਰੂ ਜੀ ਕਹਿ ਰਹੇ ਹਨ, ਇੱਕ ਪਾਸੇ ਪਾਪ ਕਰਕੇ ਦੂਜੇ ਪਾਸੇ ਤੂੰ ਕਹਿ ਰਿਹਾ ਹੈ ਮੇਰੇ ਪੁੱਤਰ ਦੀ ਉਮਰ ਲੰਬੀ ਹੋ ਜਾਵੇਗੀ।
ਗੁਰੂ ਜੀ ਕਹਿ ਰਹੇ ਹਨ ਤੇਰਾ ਭੁਲੇਖਾ ਹੈ। ਇੱਕ ਪਾਸੇ ਪਾਪ ਕੀਤਾ, ਉਸ ਨੂੰ ਪਾਪ ਨੂੰ ਆਪਣੇ ਸਿਰ ਤੇ ਚੜਾਇਆ। ਦੂਜੇ ਪਾਸੇ ਸਤਿਗੁਰੂ ਜੀ ਕਹਿ ਰਹੇ ਹਨ ਜਿਤਨੀ ਉਮਰਾਂ ਮਿਲੀ ਹੈ ਜੋ ਕਿਛ ਪਾਇਆ ਸੋ ਇੱਕਾ ਵਾਰ ਚੇਤਾ ਰੱਖੀ। ਜਿਹੜੀ ਉਮਰਾਂ ਇੱਕ ਵਾਰ ਮਿਲ ਗਈ ਉਸ ਦੇ ਵਿੱਚ ਨਾ ਘਾਟ ਹੈ ਨਾ ਬਾੜ ਹੈ, ਨਾ ਬਾੜ ਘਾਟ ਹੋਤ ਹੈ। ਸਾਹਿਬ ਜੀ ਕਹਿ ਰਹੇ ਹਨ ਜੋ ਇੱਕ ਵਾਰ ਜਿਤਨੇ ਸਵਾਸ ਮਿਲ ਗਏ ਨਾ ਤੇਰੇ ਕਹਿਣ ਦੇ ਨਾਲ ਉਹ ਵਧਣੇ ਨੇ, ਨਾ ਤੇਰੇ ਕਹਿਣ ਦੇ ਨਾਲ ਉਹ ਘਟਣੇ ਨੇ। ਚੇਤਾ ਰੱਖੀ ਰੱਬ ਜੀ ਦੀ ਇਬਾਦਤ ਕਰ, ਉਸ ਅਕਾਲ ਪੁਰਖ ਜੀ ਦੀ ਇਬਾਦਤ ਕਰਨ ਦੇ ਨਾਲ ਤੈਨੂੰ ਅਕਲ ਆਵੇਗੀ, ਤੈਨੂੰ ਸਮਝ ਆਵੇਗੀ। ਸਾਹਿਬ ਕਹਿ ਰਹੇ ਹਨ ਅਕਲੀ ਸਾਹਿਬ ਸੇਵੀਐ, ਅਕਲੀ ਕੀਚੈ ਦਾਨ, ਅਕਲੀ ਪੜ੍ਹ ਕੇ ਬੂਝੀਐ, ਅਕਲੀ ਪਾਈਐ ਮਾਨ। ਅਕਲੀ ਪੜ੍ਹ ਕੇ ਬੂਝੀਐ, ਅਕਲੀ ਗੁਰਮੁਖੋ ਅਕਲ ਤਾਂ ਆਵੇਗੀ ਜੇ ਪੜ੍ਹਾਂਗੇ ਬੁੱਝਾਂਗੇ ਸਮਝਾਂਗੇ। ਇਸ ਲਈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਸਾਨੂੰ ਬੜੀ ਬਖਸ਼ਿਸ਼ ਗੁਰੂ ਨੇ ਕੀਤੀ ਹੈ। ਤੇਰਾ ਜਨ ਤੈਨੂੰ ਧਿਆਉਣ ਵਾਲਾ, ਤੇਰੇ ਤੇ ਭਰੋਸਾ ਕਰਨ ਵਾਲਾ, ਰਾਮ ਨਾਮ ਰੱਬ ਜੀ ਦੇ ਨਾਮ ਦੇ ਵਿੱਚ ਰੰਗ ਭਾਵ ਮਨ ਰੰਗਿਆ ਗਿਆ, ਰੱਬ ਜੀ ਦੇ ਨਾਮ ਦੇ ਵਿੱਚ ਰੰਗਿਆ ਗਿਆ ਹੈ, ਪਤੀਜ ਗਿਆ ਹੈ ਜਾਗਾ। ਤੇ ਸਾਹਿਬ ਕਹਿ ਰਹੇ ਹਨ ਸਮਝ ਆ ਗਈ ਗਫਲਤਾ ਦੀ ਨੀਂਦ ਵਿੱਚੋਂ ਉੱਠਿਆ। ਜੋ ਜਨਮਾਂ ਜਨਮਾਂ ਦੀ ਗਫਲਤਾ ਦੀ ਨੀਂਦ ਪਈ ਹੋਈ ਸੀ, ਜਨਮਾਂ ਜਨਮਾਂ ਦੇ ਵਿਕਾਰ ਮਨ ਨੂੰ ਚੁੰਬੜੇ ਸਨ, ਗੁਰੂ ਨੇ ਕਿਵੇਂ ਦੂਰ ਕਰ ਦਿੱਤੇ। ਆਲਸ ਸ਼ੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ। ਵੇਖੋ ਅਗਲੀ ਪੰਕਤੀ ਵਿੱਚ ਗੁਰੂ ਨੇ ਸਪਸ਼ਟ ਕਰ ਦਿੱਤਾ ਆਲਸ ਸ਼ੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ। ਇਹ ਆਲਸ ਸਰੀਰ ਵਿੱਚੋਂ ਕਿਵੇਂ ਗਿਆ, ਮਾੜੀ ਮੱਤ ਸਰੀਰ ਵਿੱਚੋਂ ਕਿਵੇਂ ਗਏ, ਵਕਾਰ ਸਰੀਰ ਦੇ ਵਿੱਚੋਂ ਕਿਵੇਂ ਵਕਾਰ ਕਾਬੂ ਵਿੱਚ ਕੀਤੇ, ਕਿਵੇਂ ਆਪਣੇ ਮਨ ਨੂੰ ਕਾਬੂ ਦੇ ਵਿੱਚ ਕੀਤਾ। ਸਾਹਿਬ ਕਹਿ ਰਹੇ ਹਨ ਸਾਰੀਆਂ ਬਖਸ਼ਾਂ ਹੋਈਆਂ, ਪ੍ਰੀਤਮ ਸਿਉ ਮਨ ਲਾਗਾ। ਰੱਬ ਜੀ ਦੇ ਨਾਲ ਮੇਰੀ ਸੁਰਤੀ ਜੁੜ ਗਈ, ਰੱਬ ਜੀ ਦੇ ਮਨ ਨਾਲ ਮੈਂ ਪਤੀਜ ਗਿਆ ਹਾਂ, ਗੁਰੂ ਕੇ ਚਰਨਾਂ ਵਿੱਚ ਮੇਰਾ ਮਨ ਲੱਗ ਗਿਆ। ਤੇ ਭਾਗਾਂ ਵਾਲਿਓ ਜੇ ਸਤਿਗੁਰਾਂ ਦੇ ਚਰਨਾਂ ਵਿੱਚ ਅਸੀਂ ਸਰੀਰ ਕਰਕੇ ਆਉਣੇ ਹਾਂ, ਮਨ ਦੀ ਹਾਜ਼ਰੀ ਲੱਗਣੀ ਵੀ ਗੁਰੂ ਕੇ ਚਰਨਾਂ ਵਿੱਚ ਬੜੀ ਜ਼ਰੂਰੀ ਹੈ। ਜੇ ਸਰੀਰ ਦੀ ਹਾਜ਼ਰੀ ਜ਼ਰੂਰੀ ਹੈ, ਮਨ ਦੀ ਹਾਜ਼ਰੀ ਵੀ ਜ਼ਰੂਰੀ ਹੈ। ਸਰੀਰ ਕਰਕੇ ਅੰਮ੍ਰਿਤ ਵੇਲੇ ਉੱਠਾਂਗੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਾਂਗੇ, ਗੁਰੂ ਨੂੰ ਧਿਆਵਾਂਗੇ। ਸਭ ਤੋਂ ਪਹਿਲੀ ਬਾਤ ਤੇ ਗੁਰਮੁਖੋ ਅੰਮ੍ਰਿਤ ਵੇਲੇ ਦਾ ਉੱਠਣਾ। ਜੇ ਮਨੁੱਖ ਹਰ ਰੋਜ਼ ਉੱਠਦਾ ਹੈ, ਸਤਿਗੁਰੂ ਜੀ ਕਹਿ ਰਹੇ ਹਨ ਤੇਰੀ ਲੰਮੀ ਉਮਰ ਦਾ ਰਾਜ ਹੈ। ਸਾਦਾ ਖਾਣਾ ਤੇਰੀ ਲੰਮੀ ਉਮਰ ਦਾ ਰਾਜ ਹੈ। ਅੰਮ੍ਰਿਤ ਵੇਲੇ ਉੱਠ, ਗੁਰੂ ਕੇ ਚਰਨਾਂ ਦੇ ਵਿੱਚ ਆ। ਗੁਰੂ ਸਾਨੂੰ ਉਹ એનર્ਜੀ ਦੇ ਦਿੰਦਾ ਹੈ, ਗੁਰੂ ਸਾਨੂੰ ਅੰਦਰ ਗਿਆਨ ਦੇ ਵਿੱਚ ਵਾਧਾ ਕਰਦਾ ਹੈ, ਗੁਰੂ ਸਾਡੀ ਮਤ ਡਿਵੈਲਪ ਕਰ ਦਿੰਦਾ ਹੈ, ਗੁਰੂ ਗੁਰਮੁਖੋ ਸਾਨੂੰ ਅੰਦਰੋਂ ਤੰਦਰੁਸਤ ਬਣਾਉਂਦਾ ਹੈ। ਮਨੁੱਖ ਗੁਰੂ ਕੇ ਚਰਨਾਂ ਵਿੱਚ ਬੈਠੇਗਾ, ਗੁਰੂ ਕੇ ਸਿੱਖ ਦੇ ਵਿੱਚ ਕਦੀ ਆਲਸ ਨਹੀਂ ਹੋਵੇਗੀ। ਗੁਰੂ ਕਾ ਸਿੱਖ ਹਰ ਵਕਤ ਰੱਬ ਨੂੰ ਯਾਦ ਕਰੇਗਾ। ਗੁਰੂ ਕਾ ਸਿੱਖ ਮਾੜਾ ਕੰਮ ਕਰਨ ਤੋਂ ਪਹਿਲੋਂ ਗੁਰਮੁਖੋ ਗੁਰੂ ਤੋਂ ਪੁੱਛੇਗਾ। ਸਤਿਗੁਰੂ ਜੀ ਕਹਿ ਰਹੇ ਹਨ ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੈ ਦੁੱਖ। ਤੇ ਗੁਰੂ ਜੀ ਕਹਿ ਰਹੇ ਹਨ ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਤੇ ਸਤਿਗੁਰਾਂ ਨੇ ਕਹਿ ਦਿੱਤਾ ਲਿਖਣਾ ਕੀ ਹੈ, ਕਰਨਾ ਕੀ ਹੈ, ਵਿਚਰਨਾ ਕਿਵੇਂ ਹੈ। ਗੁਰ ਪੁੱਛ ਲਿਖ ਵਿਚਾਰ। ਹਰ ਕੰਮ ਕਰਨ ਤੋਂ ਪਹਿਲੋਂ ਗੁਰੂ ਕੇ ਚਰਨਾਂ ਵਿੱਚ ਆਗਿਆ ਲੈਣਾ ਸਿੱਖ ਦਾ ਫਰਜ਼ ਹੈ। ਜਦੋਂ ਵੀ ਕੋਈ ਕੰਮ ਦੀ ਆਰੰਭਤਾ ਕਰੇ ਪਹਿਲੋਂ ਗੁਰੂ ਤੋਂ ਪੁੱਛੇਗਾ, ਗੁਰੂ ਤੋਂ ਆਗਿਆ ਲਵੇਗਾ, ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰੇਗਾ। ਸਤਿਗੁਰੂ ਜੀ ਕਹਿ ਰਹੇ ਹਨ ਗੁਰ ਪੁੱਛ ਲਿਖ ਵਿਚਾਰ। ਜਦੋਂ ਗੁਰੂ ਨੂੰ ਪੁੱਛਣਾ ਹੈ ਤੇ ਗੁਰੂ ਜੀ ਕਹਿ ਰਹੇ ਹਨ ਆਪਣੀ ਮੱਤ, ਆਪਣਾ ਜੀਵਨ, ਆਪਣੀ ਕਿਸਮਤ ਤੂੰ ਆਪ ਲਿਖ ਰਿਹਾ ਹੈ। ਜਦੋਂ ਗੁਰੂ ਕੋਲ ਆਵੇਂਗਾ ਕਿਸਮਤ ਚੰਗੀ ਲਿਖ ਲਵੇਂਗਾ। ਜਦੋਂ ਸੰਸਾਰੀਆਂ ਦੇ ਮਗਰ ਲੱਗੇਗਾ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਦੁੱਖਾਂ ਦੇ ਵਿੱਚ ਵੀ ਘਿਰੇਗਾ, ਮਰਨ ਤੋਂ ਬਾਅਦ ਵੀ ਤੇਰਾ ਛੁਟਕਾਰਾ ਨਹੀਂ ਹੋਵੇਗਾ। ਕਿਉਂਕਿ ਦੋਸ਼ ਲਗਾਇਆ ਜਾਵੇਗਾ ਸਰੀਰ ਮਿਲਿਆ ਸੀ, ਜੀਵਨ ਮਿਲਿਆ ਸੀ, ਸਮਾਂ ਮਿਲਿਆ ਸੀ, ਰੱਬ ਜੀ ਦੀ ਇਬਾਦਤ ਨਹੀਂ ਕੀਤੀ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ।
ਸਤਿਗੁਰੂ ਜੀ ਕਹਿ ਰਹੇ ਹਨ ਦੋਸ਼ੀ ਹੈ, ਕੀੜਿਆਂ ਵਿੱਚੋਂ ਕੀੜਾ ਕਰਕੇ ਭਿਆਨਕ ਨਰਕ ਵਿੱਚ ਸੁੱਟਿਆ ਜਾਵੇ, ਕਿਉਂਕਿ ਰੱਬ ਜੀ ਦੀ ਇਬਾਦਤ ਨਹੀਂ ਕੀਤੀ। ਸਤਿਗੁਰੂ ਜੀ ਕਹਿ ਰਹੇ ਨੇ, ਵੇਖ ਤੂੰ ਕਿਵੇਂ ਆਪਣੇ ਜੀਵਨ ਨੂੰ ਸੁਖਾਲਾ ਬਣਾ ਸਕਦਾ ਹੈ। ਆਲਸ ਸ਼ੀਜ ਗਿਆ ਸਭ ਤਨ ਤੇ, ਜੀਵਨ ਵਿੱਚੋਂ ਆਲਸ ਖਤਮ ਹੋ ਜਾਵੇਗਾ, ਜੀਵਨ ਵਿੱਚੋਂ ਵਿਕਾਰ ਖਤਮ ਹੋ ਜਾਣਗੇ, ਮਨ ਨੂੰ ਜਿੱਤ ਲਵੇਂਗਾ। ਪ੍ਰੀਤਮ ਸਿਉ ਮਨ ਲਾਗਾ, ਜਦੋਂ ਰੱਬ ਜੀ ਦੇ ਚਰਨਾਂ ਵਿੱਚ ਸੁਰਤੀ ਜੁੜ ਗਈ। ਤੇ ਭਾਗਾਂ ਵਾਲਿਓ, ਆਨੰਦਪੁਰ ਸਾਹਿਬ ਜੀ ਦੀ ਧਰਤੀ ਹੈ। 10 ਸਿੱਖ ਗੁਰੂ ਕੇ ਚਰਨਾਂ ਦੇ ਵਿੱਚ ਰਾਤਰੀ ਨੂੰ ਰਾਤ ਦੇ ਸਮੇਂ ਪਹਿਰਾ ਦੇ ਰਹੇ ਨੇ। ਸਤਿਗੁਰੂ ਜੀ ਅੰਦਰ ਆਰਾਮ ਕਰ ਰਹੇ ਨੇ, ਗੁਰੂ ਕੇ ਸਿੱਖ ਆਰਾਮ ਕਰ ਰਹੇ ਨੇ। 10 ਸਿੱਖਾਂ ਦੀ ਡਿਊਟੀ ਹੈ ਪਹਿਰਾ ਦੇਣ ਦੀ। ਨਾਲ ਦੇ ਨਗਰ ਦੇ ਵਿੱਚ ਰਾਸ ਮੇਲਾ ਹੋ ਰਿਹਾ ਹੈ, ਨਾਲ ਦੇ ਨਗਰ ਦੇ ਵਿੱਚ ਇੱਕ ਡਰਾਮਾ ਹੋ ਰਿਹਾ ਹੈ, ਨਾਟਕ ਹੋ ਰਿਹਾ ਹੈ। ਤੇ ਕਈਆਂ ਸਿੱਖਾਂ ਨੇ ਸੋਚਿਆ, 7 ਸਿੱਖ ਉਹਨਾਂ ਨੇ ਫੈਸਲਾ ਕੀਤਾ, ਚਲੋ ਆਪਾਂ ਚੱਲ ਕੇ ਰਾਸ ਮੇਲਾ ਵੇਖਦੇ ਹਾਂ, ਸਤਿਗੁਰੂ ਜੀ ਕਿਹੜਾ ਉੱਠਦੇ ਨੇ, ਗੁਰੂ ਨੂੰ ਕਿਹੜਾ ਪਤਾ ਚੱਲੇਗਾ। 3 ਸਿੱਖਾਂ ਨੇ ਕਿਹਾ, ਨਹੀਂ ਅਸੀਂ ਨਹੀਂ ਜਾ ਸਕਦੇ, ਜੇ ਗਏ ਤਾਂ ਗੁਰੂ ਉੱਠ ਖੜੇ ਤਾਂ ਗੁਰੂ ਜੀ ਸਾਨੂੰ ਝਿੜਕਣਗੇ, ਗੁਰੂ ਦੀਆਂ ਨਜ਼ਰਾਂ ਦੇ ਵਿੱਚ ਕਿਵੇਂ ਅੱਖਾਂ ਗੁਰੂ ਦੇ ਨਾਲ ਮਿਲਾਵਾਂਗੇ। ਤੇ ਭਾਗਾਂ ਵਾਲਿਓ 7 ਸਿੱਖ ਚਲੇ ਗਏ, 3 ਸਿੱਖ ਗੁਰੂ ਕੇ ਚਰਨਾਂ ਦੇ ਵਿੱਚ ਪਹਿਰਾ ਦੇ ਰਹੇ ਨੇ। ਜਿਹੜੇ ਪਹਿਰਾ ਦੇ ਰਹੇ ਨੇ ਉਹਨਾਂ ਦਾ ਮਨ ਵਾਰ-ਵਾਰ ਉਧਰ ਨਾਟਕ ਦੇ ਵੱਲ, ਉਸ ਡਰਾਮੇ ਦੇ ਵੱਲ ਹੈ। ਵਾਰ-ਵਾਰ ਕਹਿ ਰਹੇ ਨੇ, ਜੇ ਆਪਾਂ ਵੀ ਚਲੇ ਜਾਂਦੇ ਗੁਰੂ ਨੂੰ ਕਿਹੜਾ ਪਤਾ ਲੱਗਣਾ ਸੀ। ਦੂਸਰੇ ਸਿੱਖ ਵਾਪਸ ਆ ਗਏ। ਦੂਸਰੇ ਸਿੱਖਾਂ ਦਾ ਗੁਰਮੁਖੋ ਵੇਖਦੇ ਉਹ ਡਰਾਮਾ ਰਹੇ ਨੇ, ਤੇ ਪਰ ਉਹਨਾਂ ਦਾ ਧਿਆਨ ਗੁਰੂ ਕੇ ਚਰਨਾਂ ਵਿੱਚ ਹੈ। ਸਤਿਗੁਰੂ ਜੀ ਕਿਤੇ ਉੱਠ ਨਾ ਖੜਨ, ਸਤਿਗੁਰੂ ਜੀ ਸਾਨੂੰ ਝਿੜਕਣ ਨਾ, ਗੁਰੂ ਨੂੰ ਕਿਤੇ ਪਤਾ ਨਾ ਚੱਲ ਜਾਵੇ। ਸਵੇਰ ਹੋਈ, ਦੀਵਾਨ ਸਜਿਆ। ਸਤਿਗੁਰਾਂ ਨੇ ਕਿਹਾ, ਜਿਹੜੇ ਸਿੱਖ ਰਾਤ ਪਹਿਰੇ ਤੇ ਸਨ ਸਾਰੇ ਖੜੇ ਹੋ ਜਾਵੋ। ਤੇ ਗੁਰਮੁਖੋ, ਜੋ ਪਹਿਰੇ ਤੇ 3 ਸਿੱਖ ਰੁਕੇ ਸਨ ਉਹ ਬੜੀ ਆਕੜ ਦੇ ਨਾਲ ਖੜੇ ਹੋਏ, ਛਾਤੀਆਂ ਚੌੜੀਆਂ ਕਰਕੇ, ਅੱਖਾਂ ਗੁਰੂ ਦੇ ਵੱਲ ਨੇ। ਤੇ ਭਾਗਾਂ ਵਾਲਿਓ, ਜੋ 7 ਸਿੱਖ ਸਨ ਉਹਨਾਂ ਨੇ ਨੀਵੀਂ ਪਾਈ, ਗੁਰੂ ਕੇ ਚਰਨਾਂ ਵਿੱਚ ਖੜੇ ਨੇ। ਤੇ ਸਤਿਗੁਰੂ ਜੀ ਕਹਿ ਰਹੇ ਨੇ, ਉਹਨਾਂ ਤਿੰਨਾਂ ਨੂੰ ਕਿਹਾ, ਤੁਸੀਂ ਗੈਰ ਹਾਜ਼ਰ ਸੀ। ਉਹਨਾਂ ਨੇ ਕਿਹਾ, ਸਤਿਗੁਰੂ ਜੀ ਜਿਸ ਨੂੰ ਮਰਜ਼ੀ ਪੁੱਛ ਲਵੋ, ਅਸੀਂ ਤੇ ਤਿੰਨੇ ਹਾਜ਼ਰ ਸਾਂ। ਸਤਿਗੁਰੂ ਜੀ ਕਹਿ ਰਹੇ ਨੇ, ਹਾਜ਼ਰ ਭਾਵੇਂ ਸਰੀਰ ਕਰਕੇ ਸੀ, ਪਰ ਮਨ ਤੁਹਾਡਾ ਨਾਟਕ ਵੇਖ ਰਿਹਾ ਸੀ, ਮਨ ਤੁਹਾਡਾ ਉਹ ਡਰਾਮੇ ਦੀ ਆਵਾਜ਼ਾਂ ਸੁਣ ਰਿਹਾ ਸੀ, ਮਨ ਤੁਹਾਡਾ ਉਸ ਡਰਾਮੇ ਦੇ ਵਿੱਚ ਲੱਗਿਆ ਸੀ। ਪਰ ਜਿਹੜੇ 7 ਡਰਾਮਾ ਦੇਖਣ ਗਏ ਸਨ ਉਹਨਾਂ ਦਾ ਮਨ ਕਰਕੇ ਉਹ ਪਹਿਰਾ ਦੇ ਰਹੇ ਸਨ, ਮਨ ਇਧਰਲੇ ਪਾਸੇ ਹੀ ਜੁੜਿਆ ਸੀ। ਕਿਉਂਕਿ ਗੁਰਮੁਖੋ, ਗੁਰੂ ਅੰਤਰਜਾਮੀ ਹੈ, ਅੰਤਰਜਾਮੀ ਪੁਰਖ ਵਿਧਾਤੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਮਾੜੇ ਚੰਗੇ ਦੀ ਬਿਰਤੀ ਨੂੰ ਗੁਰੂ ਆਪ ਜਾਣਦਾ ਹੈ। ਸਤਿਗੁਰੂ ਜੀ ਕਹਿ ਰਹੇ ਹਨ, ਕੇਵਲ ਤਨ ਦੀ ਹਾਜ਼ਰੀ ਨਹੀਂ, ਮਨ ਦੀ ਹਾਜ਼ਰੀ ਵੀ ਜ਼ਰੂਰੀ ਹੈ। ਜਦੋਂ ਭਾਗਾਂ ਵਾਲਿਓ ਮਨ ਦੀ ਹਾਜ਼ਰੀ ਲੱਗਣ ਲੱਗੀ, ਸਮਝੋ ਜੀਵਨ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਵੇਗੀ। ਮਨ ਦੀ ਹਾਜ਼ਰੀ ਲੱਗਣ ਲੱਗੀ, ਮਨੁੱਖ ਸੋਚੇਗਾ ਦੁਨੀਆ ਜੋ ਕਹਿੰਦੀ ਹੈ ਕਵੇ, ਪਰ ਗੁਰੂ ਨਾਰਾਜ਼ ਨਹੀਂ ਹੋਣਾ ਚਾਹੀਦਾ। ਭਾਗਾਂ ਵਾਲਿਓ, ਜੇ ਗੁਰੂ ਨਾਰਾਜ਼ ਹੋ ਗਿਆ, ਨਦਰ ਅਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਇਂਦਾ। ਜੇ ਗੁਰੂ ਦੀ ਨਜ਼ਰ ਪੁੱਠੀ ਹੋ ਜਾਵੇ ਤੇ ਰਾਜਿਆਂ ਨੂੰ ਵੀ ਘਾਹ ਖਵਾ ਦਿੰਦਾ ਹੈ। ਜੇ ਗੁਰੂ ਦੀ ਨਜ਼ਰ ਸਵੱਲੀ ਹੋ ਜਾਵੇ ਤੇ ਕੀੜਾ ਥਾਪ ਦੇ ਪਾਤਸ਼ਾਹੀ, ਕੀੜਿਆਂ ਨੂੰ ਵੀ ਪਾਤਸ਼ਾਹ ਬਣਾ ਦਿੰਦਾ ਹੈ, ਰੰਕ ਨੂੰ ਰਾਜਾ ਬਣਾ ਦਿੰਦਾ ਹੈ, ਰਾਜੇ ਨੂੰ ਕੰਗਾਲ ਕਰ ਦਿੰਦਾ ਹੈ। ਇਸ ਲਈ ਭਾਗਾਂ ਵਾਲਿਓ, ਗੁਰੂ ਕੇ ਚਰਨਾਂ ਵਿੱਚ ਜੁੜੀਏ, ਬੈਠੀਏ, ਗੁਰੂ ਕੀ ਬਾਣੀ ਨੂੰ ਸਮਝੀਏ। ਗੁਰੂ ਤੇਰੇ ਅੰਦਰ ਦੇ ਆਲਸ ਦੂਰ ਕਰ ਦੇਵੇਗਾ। ਇਸ ਲਈ ਆਲਸ ਚੀਜ਼ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਰਾਂਗਾ, ਪ੍ਰੀਤਮ ਸਿਉ ਮਨ ਲਾਗਾ। ਜਦੋਂ ਗੁਰੂ ਕੇ ਚਰਨਾਂ ਵਿੱਚ ਤੇਰਾ ਮਨ ਰੰਗਿਆ ਗਿਆ ਜੀ। ਰਹਾਉ ਤੋਂ ਭਾਵ ਰੁਕਣਾ, ਵਿਚਾਰਨਾ, ਸਮਝਣਾ। ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨਹੁ ਅਭਾਗਾ। ਸਤਿਗੁਰੂ ਜੀ ਕਹਿ ਰਹੇ ਹਨ, ਜਿਸ ਨੂੰ ਪ੍ਰਾਣਾਂ ਦਾ ਮਾਲਕ ਵਿਸਰ ਗਿਆ, ਜਿਸ ਨੂੰ ਅਕਾਲ ਪੁਰਖ ਪਰਮਾਤਮਾ ਵਿਸਰ ਗਿਆ, ਜਿਸ ਨੇ ਗੁਰੂ ਕੇ ਚਰਨਾਂ ਵਿੱਚ ਆ ਕੇ ਦਾਤਾਂ ਮੰਗੀਆਂ, ਦਾਤ ਮਿਲ ਗਈ ਤੇ ਗੁਰੂ ਨੂੰ ਭੁਲਾ ਦਿੱਤਾ। ਸਤਿਗੁਰੂ ਜੀ ਕਹਿ ਰਹੇ ਹਨ, ਦਾਤ ਪਿਆਰੀ
ਵਿਸਰਿਆ ਦਾ ਤਾਰਾ। ਇਹ ਸਰੀਰ ਵੀ ਰੱਬ ਜੀ ਦੀ ਦਾਤ ਹੈ, ਸਵਾਸ ਵੀ ਰੱਬ ਜੀ ਦੀ ਦਾਤ ਹੈ। ਤੇ ਭਾਗਾਂ ਵਾਲਿਓ, ਮਨੁੱਖ ਸੋਹਣਾ ਬਣਨ ਦੇ ਚੱਕਰ ਵਿੱਚ ਰੱਬ ਜੀ ਦੇ ਰੰਗ ਵਿੱਚ ਭੰਗ ਪਾਉਂਦਾ ਹੈ। ਰੱਬ ਨੇ ਜੈਸੇ ਸਾਨੂੰ ਚਿਹਰੇ ਮੋਹਰੇ ਦੇਣੇ ਕੀਤੇ, ਰੱਬ ਨੇ ਜੈਸਾ ਸਾਨੂੰ ਸਰੀਰ ਦਿੱਤਾ, ਬੰਦਾ ਕਹਿੰਦਾ ਹੈ ਮੈਂ ਆਪਣੇ ਕੇਸ ਕਟਾਵਾਂਗਾ ਤੇ ਬੜਾ ਸੋਹਣਾ ਲੱਗਾਂਗਾ, ਮੈਂ ਆਪਣੇ ਕੇਸ ਇਸ ਤਰ੍ਹਾਂ ਕਟਾਵਾਂਗਾ ਤੇ ਬੜੀ ਸੁੰਦਰਤਾ ਹੋਵੇਗੀ। ਪੁਰਾਣੇ ਸਮੇਂ ਦੇ ਵਿੱਚ ਗੁਰਮੁਖੋ ਸਾਰੇ ਕੇਸਾਂ ਧਾਰੀ ਸਨ। ਪੁਰਾਣੇ ਸਮੇਂ ਦੇ ਵਿੱਚ ਜੇ ਕੋਈ ਕੇਸ ਕਟਾਉਂਦਾ ਸੀ ਉਸ ਨੂੰ ਉਹ ਨਗਰ ਦੇ ਵਿੱਚ ਨਹੀਂ ਸੀ ਵੜਦਾ। ਪੁਰਾਣੇ ਸਮੇਂ ਵਿੱਚ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਜਿਸ ਗੁਰਮੁਖੋ ਜਿਹੜਾ ਕੋਈ ਮਾੜਾ ਕੰਮ ਕਰਦਾ, ਚੋਰੀ ਯਾਰੀ ਕਰਦਾ ਤੇ ਉਸ ਦੇ ਕੇਸ ਕੱਟ ਦਿੱਤੇ ਸਨ, ਮੂੰਹ ਸਿਰ ਮੁੰਨ ਦਿੱਤਾ ਜਾਂਦਾ ਸੀ, ਗੰਜਾ ਕਰ ਦਿੱਤਾ ਜਾਂਦਾ ਸੀ। ਉਤਨਾ ਸਮਾਂ ਉਹ ਨਗਰ ਦੇ ਵਿੱਚ, ਪਿੰਡ ਵਿੱਚ ਨਹੀਂ ਸੀ ਵੜਦਾ, ਸ਼ਰਮ ਮੰਨਦਾ ਸੀ, ਜਾ ਕੇ ਜੰਗਲਾਂ ਦੇ ਵਿੱਚ ਜਾਂ ਆਸੇ ਪਾਸੇ ਰਹਿੰਦਾ ਸੀ, ਜਿਤਨਾ ਸਮਾਂ ਕੇਸ ਨਹੀਂ ਸਨ ਆਉਂਦੇ। ਤੇ ਅੱਜ ਦੇ ਸਮੇਂ ਇਹ ਟ੍ਰੈਂਡ ਬਣ ਗਿਆ, ਇਹ ਫੈਸ਼ਨ ਬਣ ਗਿਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜਦ ਮਰਦਾਨਾ ਗੁਰੂ ਕੇ ਚਰਨਾਂ ਵਿੱਚ ਆਉਂਦਾ ਹੈ, ਗੁਰੂ ਨੇ 3 ਬਚਨ ਕਹੇ। ਸਾਹਿਬ ਜੀ ਕਹਿਣ ਲੱਗੇ, ਮਰਦਾਨਿਆ ਸਭ ਤੋਂ ਪਹਿਲੋਂ ਕੇਸ ਨਹੀਂ ਕਟਾਉਣੇ, ਕੇਸ ਗੁਰੂ ਕੀ ਦਾਤ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵੀ ਕਿਹਾ, ਕੇਸ ਗੁਰੂ ਕੀ ਮੋਹਰ ਹਨ। ਜਿਸ ਦੇ ਸਿਰ ਤੇ ਕੇਸ ਹੈ ਸਮਝੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ, ਉਸ ਦੇ ਸਿਰ ਤੇ ਹੱਥ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਰਦਾਨੇ ਨੂੰ ਕਿਹਾ, ਮਰਦਾਨਿਆ ਕੇਸ ਨਹੀਂ ਕਟਾਉਣੇ, ਜੇ ਕੇਸ ਕਟਾ ਦਿੱਤੇ ਸਮਝੀ ਗੁਰੂ ਦਾ ਹੱਥ ਤੇਰੇ ਜੀਵਨ ਸਿਰ ਤੋਂ ਚਲਾ ਗਿਆ। ਇਸ ਲਈ ਮਰਦਾਨੇ ਨੂੰ ਪਹਿਲਾ ਵਚਨ ਕਿਹਾ, ਮਰਦਾਨਿਆ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਕੇਸ ਨਹੀਂ ਕਟਾਉਣੇ। ਦੂਜਾ ਵਚਨ ਕਿਹਾ, ਮਰਦਾਨਿਆ ਅੰਮ੍ਰਿਤ ਵੇਲਾ ਕਦੀ ਨਹੀਂ ਖਿਜਾਉਣਾ, ਅੰਮ੍ਰਿਤ ਵੇਲੇ ਨੂੰ ਸੰਭਾਲਣਾ ਹੈ। ਤੀਜਾ ਵਚਨ ਸਤਿਗੁਰੂ ਨੇ ਕਿਹਾ, ਮਰਦੇ ਦਮ ਤੱਕ ਰੱਬ ਜੀ ਦੀ ਇਬਾਦਤ ਕਰਨੀ ਹੈ ਤੇ ਵੰਡ ਕੇ ਛਕਣਾ ਹੈ। ਅਕਾਲ ਪੁਰਖ ਜੀ ਦੀ ਇਬਾਦਤ ਕਰਨੀ ਹੈ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜਦੋਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਦਿੱਤੇ, 3 ਬਚਨ ਸਤਿਗੁਰਾਂ ਨੇ ਕਹੇ, 52 ਹੁਕਮ ਵੀ ਜਾਰੀ ਕੀਤੇ, ਰਹਿਤ ਮਰਜ਼ਾਦਾ ਗੁਰੂ ਨੇ ਜਾਰੀ ਕੀਤੀ। ਗੁਰੂ ਨੇ ਸਿੱਖ ਨੇ ਕਿਸ ਤਰ੍ਹਾਂ ਰਹਿਤ ਮਰਜ਼ਾਦਾ ਵਿੱਚ ਰਹਿਣਾ ਹੈ, 52 ਹੁਕਮ ਗੁਰੂ ਨੇ ਲਾਗੂ ਕਰ ਦਿੱਤੇ। ਕਿਸ ਤਰ੍ਹਾਂ ਇਹਨਾਂ 52 ਹੁਕਮਾਂ ਤੇ ਪਹਿਰਾ ਦੇਣਾ ਹੈ। 3 ਹੁਕਮ ਗੁਰੂ ਨੇ ਲਾਗੂ ਕੀਤੇ, ਸ਼ਬਦ ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਸਾਹਿਬ ਜੀ ਕਹਿ ਰਹੇ ਹਨ, ਪਰਚਾ ਜਦੋਂ ਵੀ ਗੁਰੂ ਕੇ ਸਿੱਖ ਨੇ ਦੇਣਾ ਹੈ ਗੁਰੂ ਸ਼ਬਦ ਦਾ ਹੋਵੇ, ਕਿਉਂਕਿ ਸਿੱਖ ਦੇ ਜੀਵਨ ਵਿੱਚ ਸ਼ਬਦ ਦਾ ਪਰਚਾ ਪੈਂਦਾ ਰਹਿੰਦਾ ਹੈ ਜੇ ਗੁਰੂ ਤੇ ਭਰੋਸਾ ਕਰੇਗਾ। ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਤੇ ਇਸ ਲਈ ਭਾਗਾਂ ਵਾਲਿਓ ਸਤਿਗੁਰੂ ਜੀ ਕਹਿ ਰਹੇ ਹਨ, ਖਾਲਸੇ ਦੇ ਦੀਦਾਰ ਵਿੱਚੋਂ ਗੁਰੂ ਦਿਖਾਈ ਦੇਵੇਗਾ। ਇਸ ਲਈ ਜੇ ਆਪ ਅਸੀਂ ਆਪਣੇ ਸਿਰ ਤੇ ਕੇਸ ਹੋਣਗੇ, ਸਾਡੇ ਬੱਚੇ ਵੀ ਸਾਨੂੰ ਵੇਖ ਕੇ ਰੱਖਣਗੇ। ਜੇ ਪੱਗ ਬੰਨ੍ਹਦੇ ਹਾਂ ਤੇ ਭਾਗਾਂ ਵਾਲਿਓ ਛੋਟਾ ਜਿਹਾ ਬੱਚਾ, ਮੇਰਾ ਛੋਟਾ ਜਿਹਾ ਬੱਚਾ ਹੈ, ਗੁਰੂ ਦੀ ਇਤਨੀ ਰਹਿਮਤ ਹੈ, ਜੇ ਮੈਂ ਪੱਗ ਬੰਨ੍ਹਦਾ ਹਾਂ, ਬੱਚਾ ਦੇਖ ਕੇ ਮੇਰੇ ਤੋਂ ਬਾਅਦ ਕੁਰਸੀ ਸੀਸੇ ਮੂਹਰੇ ਰੱਖਦਾ ਹੈ ਤੇ ਪੱਗ ਬੰਨਣੀ ਸ਼ੁਰੂ ਕਰ ਦਿੰਦਾ ਹੈ, ਮੈਂ ਵੀ ਪੱਗ ਬੰਨਾਂਗਾ। ਕਈ ਵਾਰ ਸਕੂਲੇ ਜਾਣ ਵਾਰੀ ਜਿੱਦ ਕਰਦਾ ਹੈ, ਮੈਂ ਪੱਗ ਬੰਨ੍ਹ ਕੇ ਜਾਵਾਂਗਾ। ਇਸ ਲਈ ਭਾਗਾਂ ਵਾਲਿਓ ਜੈਸਾ ਅਸੀਂ ਕਰਾਂਗੇ ਬੱਚੇ ਵੀ ਵੈਸਾ ਕਰਨਗੇ। ਆਪਣੇ ਬੱਚਿਆਂ ਨੂੰ ਗੁਰਸਿੱਖ ਬਣਾਈਏ। ਸਾਹਿਬ ਕਹਿ ਰਹੇ ਹਨ, ਜੇ ਪ੍ਰਾਣਾਂ ਦੇ ਪਤੀ ਰੱਬ ਨੂੰ ਵਿਸਾਰ ਦਿੱਤਾ ਤੇ ਤੇਰੇ ਵਰਗਾ ਅਕਿਰਤ ਕਰ ਕੋਈ ਨਹੀਂ, ਸੋਈ ਗਣੋ ਅਭਾਗਾ। ਗੁਰੂ ਕਹਿ ਰਿਹਾ ਹੈ, ਤੂੰ ਅਭਾਗਾ ਹੈ ਜੇ ਰੱਬ ਨੂੰ ਵਿਸਾਰ ਦਿੱਤਾ, ਰੱਬ ਦੀਆਂ ਦਾਤਾਂ ਨੂੰ ਵਿਸਾਰ ਦਿੱਤਾ। ਇਸ ਲਈ ਚਰਨ ਕਮਲ ਜਾ ਕਾ ਮਨ ਰੰਗਿਓ, ਅਮਿਆ ਸਰੋਵਰ ਪਾਗਾ। ਸਾਹਿਬ ਜੀ ਕਹਿ ਰਹੇ ਹਨ, ਚਰਨ ਕਮਲਾਂ ਦੇ ਵਿੱਚ ਮੇਰਾ ਮਨ ਪਤੀਜ ਗਿਆ, ਮਨ ਰੰਗਿਆ ਗਿਆ। ਅਮਿਆ ਸਰੋਵਰ ਪਾਗਾ। ਤੇ ਭਾਗਾਂ ਵਾਲਿਓ ਜਿਸ ਦਾ ਮਨ ਰੰਗਿਆ ਗਿਆ, ਜਿਸ ਨੂੰ ਖਿੱਚ ਹੋ ਗਈ, ਉਹ ਅੰਮ੍ਰਿਤ ਦਾ ਸਰੋਵਰ ਆਪਣੇ ਜੀਵਨ ਵਿੱਚੋਂ, ਆਪਣੇ ਹਿਰਦੇ ਵਿੱਚੋਂ ਆਪਣੇ ਆਪ ਲੱਭ ਦਿੰਦਾ ਹੈ, ਆਪਣੇ ਆਪ ਲੱਭ ਲੈਂਦਾ ਹੈ। ਕਿਉਂਕਿ ਗੁਰੂ ਨੇ ਸਾਨੂੰ ਉਹ ਮਸ਼ਾਲ ਦੇ ਦਿੱਤੀ, ਜਿਸ ਨੂੰ ਨਾਮ ਦੀ ਚਿੰਗਾਰੀ ਲੱਗੀ ਹੋਈ ਹੈ, ਕਦੀ ਬੁਝੇਗੀ ਨਹੀਂ। ਤੇ ਫਿਰ ਇਹ ਮਨੁੱਖ ਉਹ ਮਸ਼ਾਲ ਲੈ ਕੇ ਅੱਗੇ ਅੱਗੇ ਵੱਧਦਾ ਜਾਂਦਾ ਹੈ। ਪਾਤਸ਼ਾਹ ਜੀ ਕਹਿ ਰਹੇ ਹਨ, ਆਪਣੇ ਮਨ ਦੀ ਖੋਜ ਕਰਦਾ ਹੈ ਤੇ ਆਪਣੇ ਮਨ ਅੰਦਰੋਂ ਅੰਮ੍ਰਿਤ ਦਾ ਸਰੋਵਰ ਲੱਭ ਲੈਂਦਾ ਹੈ ਜੀ। ਜਹ ਜਹ ਪੇਖੋ ਤਹ ਹਜੂਰ, ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ। ਗੁਰੂ ਜੀ ਕਹਿ ਰਹੇ ਹਨ, ਜਿਸ ਜਿਸ ਪਾਸੇ ਮੈਂ ਤੱਕਦਾ ਹਾਂ, ਜਿਸ ਪਾਸੇ ਦੇਖਦਾ ਹਾਂ, ਤਹ ਨਾਰਾਇਣ, ਹਰ ਪਾਸੇ ਰੱਬ ਦਿਖਾਈ ਦਿੰਦਾ ਹੈ।
ਸਗਲ ਘਟਾ ਮਹਿ ਤਾਗਾ। ਸਾਰੇ ਸੰਸਾਰ ਅੰਦਰ ਘਟਾਂ ਤੋਂ ਭਾਵ ਸਰੀਰਾਂ ਅੰਦਰ, ਸਾਰੇ ਸਰੀਰਾਂ ਅੰਦਰ, ਮਨਾਂ ਅੰਦਰ ਰੱਬ ਵਸਦਾ ਹੈ, ਪਰ ਬੰਦੇ ਨੂੰ ਦੇਖਣ ਵਾਲੀ ਇਸ ਦੀ ਬਿਰਤੀ ਨਹੀਂ, ਦੇਖਣ ਵਾਲੀ ਅੱਖ ਨਹੀਂ। ਪਾਤਸ਼ਾਹ ਜੀ ਕਹਿ ਰਹੇ ਹਨ, ਦੇਖੇਗਾ ਤਾਂ ਜੇ ਸੱਚ ਦੇ ਰਸਤੇ ਤੇ ਚੱਲੇਗਾ, ਦੇਖੇਗਾ ਤਾਂ ਜੇ ਜ਼ਮੀਰ ਜਾਗਦੀ ਹੋਵੇਗੀ, ਦੇਖੇਗਾ ਤਾਂ ਜੇ ਗੁਰੂ ਕੇ ਚਰਨਾਂ ਵਿੱਚ ਆ ਕੇ ਬੈਠੇਗਾ, ਸਿੱਖਿਆ ਲਵੇਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਨਾਮ ਰੂਪੀ ਅੰਮ੍ਰਿਤ ਗੁਰੂ ਕੇ ਚਰਨਾਂ ਵਿੱਚ ਪੀਏ। ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਜਦੋਂ ਨਾਮ ਰੂਪੀ ਜਲ ਛਕਿਆ, ਨਾਮ ਰੂਪੀ ਅੰਮ੍ਰਿਤ ਛਕਿਆ, ਤਿਆਗੇ ਸਭ ਅਨੁਰਾਗਾ, ਸਾਰੇ ਵਿਕਾਰ ਜੀਵਨ ਵਿੱਚੋਂ ਤਿਆਗੇ ਜਾਣਗੇ, ਮਾੜੀ ਬਿਰਤੀ ਖਤਮ ਹੋ ਜਾਵੇਗੀ। ਪਾਤਸ਼ਾਹ ਜੀ ਰਹਿਮਤ ਕਰਨ। ਗੁਰ ਉਪਦੇਸ਼ ਦੇ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤਾਂ ਬਖਸ਼ਣਯੋਗ ਹੋ ਜੀ, ਬਖਸ਼ ਲੈਣਾ। ਵੱਧ ਤੋਂ ਵੱਧ ਸੰਗਤਾਂ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰਿਆ ਕਰੋ ਜੀ। ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ, ਆਪ ਜੁੜੋ। ਆਪਣੇ ਬੱਚਿਆਂ, ਸੰਗੀਆਂ, ਸਾਥੀਆਂ